जी अस्सलाम वालेकुम दोस्तों, मैं हूं अमजद मलिक और आज अंबर डोगर साहब के साथ हमारी मुलाकात। तो इस मुलाकात का जनाब फ़ायदा उठाते हुए जनाब आज अमर डोगर साहब से हम पूछते हैं कि अमर डोगर साहब जानवरों के घुटनों में जब पानी पड़ जाता है तो वो कभी इधर टहलते हैं तो कभी उधर टहलते हैं। गुफ्तगू होगी जनाब पंजाबी में, सवाल हमने कर दिया उर्दू में। अमर डोगर साहब क्या हाल है जी? अलहमदुल्ला अमजद भाई मैं ठीक, तुसी सुनाओ सब खैरियत है? अलहमदुल्ला करम है अल्लाह पाक दा। अमर डोगर साहब ये जड़े बकरियां दे गोडे सुज जाते ने जी, ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਓ ਜੀ। अमजद भाई ਇਹਦੇ ਚ ਨਾ ਗੋਡੇ ਸੁਜਾਨ ਦੇ ਵਿੱਚ ਵੀ ਨਾ ਕੁਝ ਖੁਰਾਕ ਦਾ ਬਹੁਤ ਜ਼ਿਆਦਾ ਰੋਲ ਹੈ। ਅੱਛਾ, ਕੁਝ ਸਾਡੇ ਜਿਹੜੇ ਫਾਰਮਰ ਦੋਸਤ ਨੇ ਉਹਨਾਂ ਦੀ ਨੈਗਲੀਜੈਂਸੀ ਵੀ ਤੁਸੀਂ ਕਹਿ ਲਵੋ। ਅੱਛਾ ਅਸੀਂ ਲੋਕ ਕੀ ਕਰਨੇ ਆ ਕਿ ਸਾਡੇ ਕੋਲ ਇੱਕ ਬੜਾ ਅੱਛਾ ਪੱਠਾ ਮੌਜੂਦ ਹੈ ਲੂਸਨ। ਠੀਕ ਹੈ। ਅਸੀਂ ਲੋਕ ਕੀ ਕਰਨੇ ਆ ਕਿ ਲੂਸਨ ਥੋੜਾ ਮਹਿੰਗਾ ਦੀ ਬਜਾਏ ਅਸੀਂ ਆਪਣੇ ਜਾਨਵਰ ਨੂੰ ਕੁਤਰਿਆ ਗਾਚਾ ਜਾਂ ਕੁਤਰੀ ਮਕਈ ਕਹਿ ਲਓ ਤੁਸੀਂ ਉਹਨੂੰ, ਠੀਕ ਤੁਸੀਂ ਆਪਣੇ ਜਾਨਵਰ ਤੁਸੀਂ ਉਹ ਪਾਉਂਦੇ ਹੋ। ਲੇਕਿਨ ਅਮਜਦ ਭਾਈ ਉਹ ਬੜੀ ਸ਼ਦੀਦ ਕਿਸਮ ਦੀ ਬਾਦੀ ਹੁੰਦੀ ਹੈ। ਅੱਛਾ, ਜਿਹੜਾ ਜਾਨਵਰ ਮਕਈ ਖਾਏਗਾ ਨਾ, ਜਿਹੜਾ ਜਾਨਵਰ ਇਹ ਗਾਚਾ ਗੂਚਾ ਖਾਂਦਾ ਹੈ ਨਾ, ਉਹ ਜਾਨਵਰ ਲੱਤਾਂ ਵੀ ਆਪਣੀ ਵਿੰਗੀਆਂ ਕਰਦੇ ਨੇ, ਉਹ ਜਾਨਵਰ ਦੇ ਗੋਡੇ ਵੀ ਸੁੱਜ ਜਾਂਦੇ ਨੇ। ਅੱਛਾ ਜੀ, ਇਹਦਾ ਅਮਜਦ ਭਾਈ ਇੱਕ ਬਿਹਤਰੀਨ ਤਰੀਕਾ ਹੈ ਵੇ ਕਿ ਅਗਰ ਤੁਸੀਂ ਆਪਣੇ ਜਾਨਵਰ ਨੂੰ ਤੁਸੀਂ ਮਕਈ ਦਿੰਦੇ ਹੀ ਹੋ। ਦੂਸਰਾ ਦੋਸਤਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਜਾਂ ਡਿਫਰੈਂਟ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਕੀ ਕੀਤਾ ਹੋਇਆ, ਘਰ ਛੱਤਾਂ 'ਤੇ ਜਾਨਵਰ ਰੱਖੇ ਤੇ ਥੱਲੇ ਪਾਇਲਟ ਰੱਖੇ ਹੋਏ ਨੇ। ਜੀ ਬਿਲਕੁਲ ਰੱਖੇ ਨੇ। ਉਹ ਅਮਜਦ ਭਾਈ ਫੱਟੇ ਦੇ ਉੱਤੇ ਜਾਨਵਰ ਦਾ ਬਹਿਣਾ ਨਹੀਂ ਬਣਦਾ। ਫੱਟਾ ਜਾਨਵਰ ਦੇ ਬਹਿਣ ਵਾਸਤੇ ਨਹੀਂ ਬਣਿਆ। ਛਤਰਾ ਵਗੈਰਾ ਬੈਠ ਜਾਂਦਾ ਹੈ ਕਿਉਂਕਿ ਉਹ ਉੱਨ ਹੁੰਦੀ ਨਾ, ਵੱਡੀ ਵੱਡੀ ਉੱਨ ਹੁੰਦੀ ਹੈ ਉਹਦੇ 'ਤੇ। ਹਾਂਜੀ, ਉਹ ਰਿਲੈਕਸ ਹੋ ਜਾਂਦਾ ਨਾ, ਲੇਕਿਨ ਬੱਕਰਾ ਨਹੀਂ ਬਣਦਾ ਨਾ। ਲੇਕਿਨ ਅਸੀਂ ਫਿਰ ਵੀ ਬੱਕਰੀਆਂ ਰੱਖੇ ਨੇ ਅਸੀਂ ਪਾਇਲਟ। ਸਭ ਤੋਂ ਪਹਿਲੇ ਤਾਂ ਦੋਸਤ ਕੋਸ਼ਿਸ਼ ਹੈ ਕਰਨ ਕਿ ਅੱਧਾ ਰੇਤ ਅੱਧਾ ਕਸੂ ਮਿਕਸ ਕਰਕੇ ਜਾਨਵਰਾਂ ਵਾਲੇ ਜਿਹੜਾ ਤੁਹਾਡਾ ਸ਼ੈੱਡ ਉੱਥੇ ਵਿਛਾ ਦਿਓ। ਤੁਸੀਂ ਥੱਲੇ ਤੁਸੀਂ ਪਲਾਸਟਿਕ ਵਿਛਾ ਕੇ ਨਾ ਛੱਤ ਦੇ ਉੱਪਰ, ਉਹਦੇ ਉੱਪਰ ਤੁਸੀਂ ਇਹ ਪਾ ਦਿਓ, ਤੁਹਾਡਾ ਜਾਨਵਰ ਦੁਨੀਆ 'ਤੇ ਆ ਜਾਏਗਾ। ਠੀਕ ਹੈ ਅਮਜਦ ਭਾਈ। ਸੈਕੰਡਲੀ, ਅਗਰ ਕਿਸੇ ਜਾਨਵਰ ਦੇ ਗੋਡੇ ਸੁੱਜ ਗਏ ਨੇ, ਉਹ ਸਭ ਤੋਂ ਪਹਿਲਾਂ ਜ਼ਰੂਰਤ ਹੈ ਉਹਦੀ ਥੋੜੀ ਖੁਰਾਕ ਚੇਂਜ ਕਰਨ ਦੀ। ਅੱਛਾ, ਉਹਦੀ ਮਕਈ ਖਤਮ ਕਰੋ ਤੁਸੀਂ। ਉਹਨੂੰ ਕੋਈ ਲੂਸਨ ਜਾਂ ਉਸ ਤੋਂ ਇਲਾਵਾ ਕੋਈ ਚੀਜ਼ ਵੀ ਤੁਸੀਂ ਦਿੰਦੇ ਹੋ ਉਹਨੂੰ ਉਹ ਦਿਓ, ਲੇਕਿਨ ਮਕਈ ਤੋਂ ਹਟ ਜਾਓ। ਦੂਸਰਾ, ਤੁਸੀਂ ਜਾਨਵਰ ਨੂੰ ਜਿਹੜਾ ਵੀ ਕੋਈ ਵੰਡਾ ਛੰਡਾ ਤੁਸੀਂ ਨਾਰਮਲ ਦਿੰਦੇ ਹੋ, ਉਹਦੇ ਵਿੱਚ ਤੁਸੀਂ 2-3 ਥੋਮ ਦੀਆਂ ਤੁਰੀਆਂ ਕੱਟ ਕੇ ਵਿੱਚ ਪਾ ਦਿਓ। ਠੀਕ ਹੈ। ਰੋਜ਼ ਰਾਤ ਨੂੰ ਅਗਰ ਕੋਈ ਦੋਸਤ ਦੁੱਧ ਪਿਆ ਰਹੇ ਨੇ ਤਾਂ ਕੁਝ ਦਿਨਾਂ ਵਾਸਤੇ ਦੁੱਧ ਬੰਦ ਕਰ ਦੇਣ। ਰੋਜ਼ ਰਾਤ ਨੂੰ ਅੱਧੀ ਚਮਚ ਕਾਲੀ ਜ਼ੀਰੀ, ਅੱਧੀ ਚਮਚ ਕਾਲੀ ਮਿਰਚ, ਪੀਸੀ ਹੋਈ ਲੈ ਲੈਣ, ਸਾਬਤ ਲੈਣ, ਕੋਈ ਇਸ਼ੂ ਨਹੀਂਗਾ, ਉਹਨੂੰ ਮਿਕਸ ਕਰ ਲੈਣ। ਮਿਕਸ ਕਰਕੇ ਡੇਲੀ ਰਾਤ ਨੂੰ ਆਪਣੇ ਜਾਨਵਰ ਨੂੰ ਪਿਆਣ। ਬਲਕਿ ਇਹ ਰੂਟੀਨ ਬਣਾ ਲੈਣ, ਜਿਨ੍ਹਾਂ ਦੇ ਦੋਸਤਾਂ ਦੇ ਬੱਕਰਿਆਂ ਦੇ ਗੋਡੇ ਨਹੀਂ ਵੀ ਨਾ ਸੁੱਜੇ, ਉਹ ਵੀ ਆਪਣੇ ਜਾਨਵਰ ਨੂੰ ਡੇਲੀ 1 ਚਮਚ ਕਾਲੀ ਜ਼ੀਰੀ ਤੇ ਕਾਲੀ ਮਿਰਚ ਮਿਕਸ ਕਰਕੇ ਦਿਓ। ਇਨਸ਼ਾਅੱਲਾ ਤਾਲਾ 15 ਦਿਨਾਂ ਬਾਅਦ ਤੁਹਾਡੇ ਜਾਨਵਰ ਦੁਨੀਆ 'ਤੇ ਆ ਜਾਣਗੇ। ਅਗਰ ਕਿਸੇ ਬੱਕਰੀ ਨੂੰ ਤੁਸੀਂ ਇਹ ਚੀਜ਼ਾਂ ਦਿੱਤੀਆਂ ਜਾਣਗੀਆਂ ਤਾਂ ਇਨਸ਼ਾਅੱਲਾ ਤਾਲਾ ਬੱਕਰੀ ਦਾ ਹਵਾਨਾ ਇੰਝ ਦਾ ਹੋਏਗਾ ਕਿ ਸਾਰੀ ਜ਼ਿੰਦਗੀ ਕੋਈ ਯਾਦ ਕਰੇਗਾ ਕਿਸੇ ਦੇ ਕੋਲ ਕੋਈ ਬੱਕਰੀ ਵੀ ਸੀ। ਅੰਬਰ ਭਾਈ ਇਹ ਜਿਹੜਾ ਮੇਥਰੇ ਇਹ ਵੀ ਕੋਈ ਕਿਰਦਾਰ ਅਦਾ ਕਰਦਾ ਪਾਣੀ ਖੁਸ਼? ਅਮਜਦ ਭਾਈ ਮੇਥਰੇ ਜਿਹੜਾ ਨਾ ਬੇਸਿਕਲੀ ਉਹ ਹੁੰਦਾ ਵੇ, ਅਗਰ ਤੁਹਾਡਾ ਜਾਨਵਰ ਲੱਤਾਂ ਵਗੈਰਾ ਟੇਢੀਆਂ ਕਰ ਜਾਂਦਾ ਨਾ, ਅੱਛਾ, ਉਹ ਉਸ ਸੂਰਤ ਤੁਸੀਂ ਆਪਣੇ ਜਾਨਵਰ ਨੂੰ ਦੇ ਸਕਦੇ ਹੋ। ਉਹਦੇ ਨਾਲ ਕੋਈ ਥੋੜ੍ਹੇ ਕੋਈ ਪ੍ਰੋਟੋਕੋਲ ਹੋਰ ਹੈਗੇ ਨੇ। ਤੁਸੀਂ ਉਹਦੇ ਨਾਲ ਆਪਣੇ ਜਾਨਵਰ ਨੂੰ ਕੈਲਸ਼ੀਅਮ ਦੇਣੀ ਹੈ, ਜਿਸ ਤਰ੍ਹਾਂ ਹੋ ਗਿਆ ਅਲਫਾ ਕਾਲਡੀ ਹੋ ਗਿਆ ਜਾਂ DCP ਪਾਊਡਰ ਡਾਈ ਕੈਲਸ਼ੀਅਮ ਫਾਸਫੋਰਸ ਹੋ ਗਿਆ, ਉਹ ਵੇ ਨਾਲ ਵਿਟਾਮਿਨ 83E ਦਾ ਇੰਜੈਕਸ਼ਨ ਲੱਗਦਾ ਹੈ, ਨਾਲ ਫਿਰ ਉਹ ਇੰਜੈਕਸ਼ਨ ਲੱਗਦੇ ਨੇ। ਉਹ ਸਾਰੇ ਪ੍ਰੋਟੋਕੋਲਸ ਨੇ। ਜਾਨਵਰ ਹਮੇਸ਼ਾ ਲੱਤਾਂ ਵੀ ਬਾਦੀ ਦੀ ਵਜ੍ਹਾ ਤੋਂ ਹੀ ਵਿੰਗੀਆਂ ਕਰਦਾ ਹੈ। ਅੱਛਾ ਜੀ, ਤੁਸੀਂ 10,000 ਬੱਕਰੀਆਂ ਛਤਰੇ ਕੱਢ ਲਓਗੇ ਨਾ ਤੁਸੀਂ, ਜਿਹੜੇ ਕੱਚਾ ਠੰਡਾ ਦੁੱਧ ਪੀਂਦੇ ਨੇ ਨਾ, ਅੱਛਾ, ਉਹਨਾਂ ਦੀ ਲੱਤਾਂ ਡੈਫੀਨੇਟਲੀ ਵਿੰਗੀਆਂ ਹੋਣਗੀਆਂ। ਕੀ ਬਾਤ। ਹੁਣ ਦੋਸਤ ਇਹ ਵੀ ਸਵਾਲ ਕਰਨਗੇ ਕਿ ਮੱਝ ਦੇ ਵਿੱਚ ਨਿਕਲਦਾ ਦੁੱਧ ਵੀ ਤੇ ਉਹ ਕੱਚਾ ਹੁੰਦਾ ਹੈ। ਮੇਰਾ ਅਲਫਾਜ਼ ਕੀ ਨੇ, ਕੱਚਾ ਠੰਡਾ ਦੁੱਧ, ਯਾਨੀ ਕਿ ਦੁੱਧ ਤੁਸੀਂ ਗਾਂ ਦਾ ਲਿਆ, ਉਹ ਪਿਆਰੇਗਾ, ਉਹ ਬਾਦੀ ਹੋ ਜਾਏਗਾ। ਠੀਕ, ਤੇ ਤੁਸੀਂ ਉਹ ਤੇ ਅੰਮ੍ਰਿਤ ਹੈ ਨਾ ਨਿਕਲਦਾ, ਤੁਸੀਂ ਪੀ ਲਵੋ, ਉਹਦੇ ਵਰਗੀ ਤੇ ਗੱਲ ਹੀ ਕੋਈ ਨਹੀਂ ਹੈਗੀ। ਸਮਝ ਗਏ। ਚਲੋ ਜੀ, ਜ਼ਬਰਦਸਤ ਹੋ ਗਿਆ ਜੀ। ਮਜ਼ੀਦ ਹੋਰ ਕੁਛ? ਬਸ ਸਮਝਦੇ ਭਾਈ ਦੋਸਤ ਇਹ ਰੂਟੀਨ ਇੱਕ ਬਣਾ ਲੈਣ, ਕਾਲੀ ਜ਼ੀਰੀ ਕਾਲੀ ਮਿਰਚ ਵੰਡੇ ਦੇ ਵਿੱਚ 3-4 ਜਿਹੜਾ ਵੇ ਉਹ ਥੋਮ ਦੀ ਤੁਰੀਆਂ ਪਾ ਲੈਣ, ਅੱਧਾ ਚਮਚ ਮਿੱਠੇ ਸੋਡੇ ਦਾ ਸੁੱਟ ਦਿਆ ਕਰਨ, ਤੇ ਇਨਸ਼ਾਅੱਲਾ ਤਾਲਾ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਗਿਆ। ਜ਼ਬਰਦਸਤ। ਇਹ ਜਿਹੜੇ ਤੁਹਾਨੂੰ ਮੈਂ ਗੱਲਾਂ ਦੱਸੀਆਂ ਨੇ ਨਾ, ਸਮਝ ਲਓ ਅਮਜਦ ਭਾਈ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਗਿਆ। ਇਹਦੇ ਵਿੱਚ ਕਿਸੇ ਵੀ ਕਿਸਮ ਦਾ ਇਨਸ਼ਾਅੱਲਾ ਤਾਲਾ ਜਾਨਵਰ ਪਰੇਸ਼ਾਨੀ ਨਹੀਂ ਦੇਗਾ। ਨੈਕਸਟ ਵੀਡੀਓ ਜਿਹੜੀ ਅਸੀਂ ਅਮਜਦ ਭਾਈ ਹੁਣ ਬਣਾਉਣੀ ਹੈ ਨਾ, ਅਸੀਂ ਦੇਸੀ ਟੋਟਕਾ ਦੇਣਾ ਹੈ ਦੋਸਤਾਂ ਨੂੰ। ਜਿਸ ਤਰ੍ਹਾਂ ਹੁਣ ਸਰਦੀ ਆ ਗਈ ਹੈ ਨਾ, ਇਹ ਸਰਦੀ ਦੇ ਵਿੱਚ 90% ਜਾਨਵਰ ਨੂੰ ਜ਼ੁਕਾਮ ਹੈ, ਖਾਂਸੀ ਹੈ। ਖਾਂਸੀ ਕਰਦੇ ਨੇ
ਤੇ ਲੰਗਸ ਦੇ ਵਿੱਚ ਰੇਸ਼ਾ ਖੜਕਦਾ ਹੈ। ਖੜਕਦਾ ਹੈ। ਐਸੀ ਹੈ ਹੁਣ ਇਸ ਚੀਜ਼ ਦਾ ਨੈਕਸਟ ਵੀਡੀਓ ਜਿਹੜੀ ਹੈ ਨਾ ਇਸ ਟੌਪਿਕ ਤੇ ਅਸੀਂ ਬਣਾਉਣੀ ਹੋ ਇਨਸ਼ਾਅੱਲਾ ਜੀ। ਦੋਸਤੋ ਮੈਂ ਉਮੀਦ ਕਰਨਾ ਜੀ ਇਸ ਵੀਡੀਓ ਤੋਂ ਤੁਹਾਨੂੰ ਫਾਇਦਾ ਹੋਏਗਾ। ਅੱਲਾਹ ਪਾਕ ਸਭ ਦੇ ਸ਼ੌਕ ਨੂੰ ਸਲਾਮਤ ਰੱਖੇ। ਆਪਣੀਆਂ ਦੁਆਵਾਂ ਸਾਨੂੰ ਵੀ ਯਾਦ ਰੱਖਿਆ ਕਰੋ ਜੀ। ਅੱਲਾਹ ਹਾਫਿਜ਼।